ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਕਿਸੇ ਨੂੰ ਵੀ ਗੁਲਾਮ ਬਣਾਉਣਾ ਨੈਤਿਕਤਾ ਦੇ ਵਿਰੁੱਧ ਹੈ ਅਤੇ ਅਜਿਹਾ ਇਨਸਾਨ ਦੁੱਖਾਂ ਦੇ ਸਾਗਰ ਵਿੱਚ ਡੁੱਬ ਜਾਂਦਾ ਹੈ। ਕਿਸੇ ਨੂੰ ਵੀ ਜੇਕਰ ਤੁਸੀਂ ਨੌਕਰੀ ਉੱਤੇ ਰੱਖਦੇ ਹੋ ਤਾਂ ਉਸ ਨੂੰ ਆਪਣਾ ਗੁਲਾਮ ਨਾ ਸਮਝੋ, ਉਸ ਨੂੰ ਆਪਣਾ ਦੋਸਤ ਮੰਨੋ, ਕਿਉਂਕਿ ਗੁਲਾਮ ਸਮਝਣਾ ਜਾਂ ਬਣਾਉਣਾ ਦੋਵੇਂ ਹੀ ਇੱਕ ਸਮਾਜਿਕ ਬੁਰਾਈਆਂ ਹਨ। ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਨੇਪਾਲ ਵੱਲੋਂ ਪਰਤ ਕੇ ਰੋਹੇਲਖੰਡ ਪਹੁੰਚੇ। ਉੱਥੇ ਇੱਕ ਬਹੁਤ ਵੱਡਾ ਵਪਾਰਕ ਕੇਂਦਰ ਸੀ, ਜਿੱਥੇ ਉੱਤੇ ਪਸ਼ੂ ਮੰਡੀ ਲਗਾਈ ਜਾਂਦੀ ਸੀ। ਲੋਕ ਖਰੀਦ ਫਰੋਖਤ ਕਰਨ ਲਈ ਦੂਰ ਦੂਰ ਵੱਲੋਂ ਆਉਂਦੇ ਸਨ ਅਤੇ ਵਪਾਰ ਦੇ ਕਾਰਨ ਮਕਾਮੀ ਵਿਅਕਤੀ ਜਾਂ ਜੀਵਨ ਖੁਸ਼ਹਾਲ ਸੀ। ਕਿਸਾਨਾਂ, ਵਪਾਰੀਆਂ ਅਤੇ ਅਮੀਰ ਲੋਕਾਂ ਨੂੰ ਖੇਤੀਹਰ ਮਜ਼ਦੂਰਾਂ, ਘਰੇਲੂ ਨੌਕਰਾਂ ਅਤੇ ਦਾਸਾਂ ਆਦਿ ਦੀ ਵੀ ਅਤੀ ਲੋੜ ਰਹਿੰਦੀ ਸੀ। ਇਸ ਲਈ ਉੱਥੇ ਲੋਕ ਬੰਧੂਆਂ ਮਜ਼ਦੂਰਾਂ ਦੀ ਤਲਾਸ਼ ਵਿੱਚ ਰਹਿੰਦੇ ਸਨ। ਕੁਝ ਅਸਮਾਜਿਕ ਤੱਤ ਵੀ ਗਰੀਬ ਲੋਕਾਂ ਦੀ ਮਜ਼ਦੂਰੀ ਦਾ ਅਣਉਚਿਤ ਮੁਨਾਫਾ ਚੁੱਕਦੇ ਹੋਏ ਉਹਨਾਂ ਨੂੰ ਬਿਲਹਾ ਫਸਲਾ ਕੇ ਮਜ਼ਦੂਰੀ ਦਾ ਲਾਲਚ ਦੇ ਕੇ ਆਦੀਵਾਸੀ ਖੇਤਰਾਂ ਵੱਲੋਂ ਲਿਆ ਕੇ ਬੰਧੂਆਂ ਮਜ਼ਦੂਰੀ ਲਈ ਵੇਚ ਦਿੰਦੇ ਸਨ। ਇਸ ਪ੍ਰਕਾਰ ਕੁਝ ਅਵਿਨਾਸ਼ੀ ਤੱਤ ਬੱਚਿਆਂ ਅਤੇ ਇਸਤਰੀਆਂ ਨੂੰ ਵੇਚਣ ਦੇ ਘਿਰਣਤ ਕਾਰਜ ਵੀ ਸੰਲਗਨ ਰਹਿੰਦੇ ਸਨ। ਗੁਰੂ ਨਾਨਕ ਪਾਤਸ਼ਾਹ ਜਦੋਂ ਭੀੜ ਭਾੜ ਵਾਲੇ ਪਸ਼ੂ ਮੇਲੇ ਖੇਤਰ ਵਿੱਚ ਭਾਈ ਮਰਦਾਨਾ ਜੀ ਦੇ ਨਾਲ ਕੀਰਤਨ ਕਰ ਰਹੇ ਸਨ ਤਾਂ ਉੱਥੇ ਤੁਹਾਡੇ ਕੋਲ ਇੱਕ ਵਿਲਖਦੀ ਹੋਈ ਮਹਿਲਾ ਆਈ ਅਤੇ ਤੁਹਾਡੇ ਸਾਹਮਣੇ ਅਰਦਾਸ ਕਰਨ ਲੱਗੀ। ਉਸ ਦੇ ਬੱਚਿਆਂ ਨੂੰ ਇੱਕ ਦਲਾਲ ਚੰਗੀ ਮਜ਼ਦੂਰੀ ਉੱਤੇ ਕੰਮ ਦਿਲਾਉਣ ਦੇ ਬਹਾਨੇ ਇੱਥੋਂ ਲੈ ਆਇਆ ਹੈ। ਉਸ ਨੇ ਬੱਚਿਆਂ ਨੂੰ ਇੱਥੇ ਵੇਚ ਦਿੱਤਾ ਹੈ। ਹੁਣ ਉਹਨਾਂ ਦਾ ਕੋਈ ਪਤਾ ਟਿਕਾਣਾ ਨਹੀਂ ਮਿਲ ਰਿਹਾ। ਪਤਾ ਨਹੀਂ ਉਹ ਕਿਸ ਹਾਲ ਵਿੱਚ ਹੋਣਗੇ। ਕਿਰਪਾ ਕਰਕੇ ਤੁਸੀਂ ਮੇਰੀ ਸਹਾਇਤਾ ਕਰੋ ਅਤੇ ਉਸ ਦਲਾਲ ਵੱਲੋਂ ਪਤਾ ਕਰਵਾਓ ਕਿ ਉਹ ਕਿੱਥੇ ਹਨ। ਗੁਰੂ ਨਾਨਕ ਪਾਤਸ਼ਾਹ ਜੀ ਇਸ ਦੁਖਾਂਤ ਨੂੰ ਸੁਣ ਕੇ ਗੰਭੀਰ ਹੋ ਗਏ ਅਤੇ ਕਹਿਣ ਲੱਗੇ, ਤੁਸੀਂ ਸਬਰ ਰੱਖੋ, ਅਸੀਂ ਇਸ ਸਮਾਜਿਕ ਕਲੰਕ ਨੂੰ ਮਿਟਾਉਣ ਲਈ ਕੁਝ ਕਰਦੇ ਹਾਂ, ਪਰ ਇਸ ਕੰਮ ਵਿੱਚ ਕੁਝ ਸਮਾਂ ਜ਼ਰੂਰ ਲੱਗੇਗਾ। ਇਹ ਆਸ਼ਵਾਸਨ ਪ੍ਰਾਪਤ ਕਰਕੇ ਉਹ ਮਹਿਲਾ ਕਹਿਣ ਲੱਗੀ, ਠੀਕ ਹੈ, ਮੈਨੂੰ ਤਾਂ ਕਰਨਾ ਹੈ। ਮੇਰੇ ਬੱਚੇ ਕੁਸ਼ਲ ਮੰਗਣ ਤਾਂ ਹਨ। ਇਸ ਉੱਤੇ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਕੁਝ ਰਹੱਸਮਈ ਗੱਲ ਦੱਸੀ ਅਤੇ ਆਦੀਵਾਸੀਆਂ ਵਰਗਾ ਪਹਿਰਾਵਾ ਸ਼ਿੰਗਾਰ ਕਰਕੇ ਦਲਾਲਾਂ ਦੇ ਅੱਗੇ ਅਣਜਾਣ ਵਿਅਕਤੀ ਬਣ ਕੇ ਨਿਕਲ ਗਏ। ਆਦੀਵਾਸੀ ਪਹਿਰਾਵਾ ਵਿੱਚ ਵੇਖਦੇ ਹੀ ਦਲਾਲਾਂ ਨੇ ਉਹਨਾਂ ਨੂੰ ਆਪਣਾ ਸ਼ਿਕਾਰ ਸਮਝ ਕੇ ਘੇਰ ਲਿਆ ਅਤੇ ਕਿਹਾ, ਓਏ ਤੂੰ ਕਿੱਥੇ ਭੱਜ ਗਿਆ ਸੀ? ਤੂੰ ਤਾਂ ਸਾਡਾ ਦਾਸ ਸੀ। ਉਹ ਜਲਦੀ ਹੀ ਗੁਰੂ ਨਾਨਕ ਪਾਤਸ਼ਾਹ ਨੂੰ ਫੜ ਕੇ ਮੰਡੀ ਵਿੱਚ ਵੇਚਣ ਲਈ ਲੈ ਗਏ। ਗੁਰੂ ਨਾਨਕ ਪਾਤਸ਼ਾਹ ਨੇ ਵੀ ਕੋਈ ਪ੍ਰਤੀਰੋਧ ਨਹੀਂ ਕੀਤਾ। ਮੰਡੀ ਵਿੱਚ ਪਾਤਸ਼ਾਹ ਜੀ ਬੋਲੇ। ਹਸ਼ਟ-ਪੁਸ਼ਟ ਹੋਣ ਦੇ ਕਾਰਨ ਉਹਨਾਂ ਦੇ ਮੁੱਲ ਬਹੁਤ ਉੱਚੇ ਲੱਗਣ ਲੱਗੇ। ਅਖੀਰ ਵਿੱਚ ਇੱਕ ਅਮੀਰ ਵਿਅਕਤੀ ਨੇ ਉਹਨਾਂ ਨੂੰ ਘੋੜਿਆਂ ਦੇ ਮੁੱਲ ਉੱਤੇ ਖਰੀਦ ਲਿਆ ਅਤੇ ਲੈ ਕੇ ਜਾ ਕੇ ਇੱਕ ਪੀਰ ਨੂੰ ਭੇਂਟ ਵਿੱਚ ਪੇਸ਼ ਕਰ ਦਿੱਤਾ। ਪੀਰ ਜੀ ਖੁਸ਼ ਹੋਏ। ਗੁਰੂ ਨਾਨਕ ਪਾਤਸ਼ਾਹ ਉਸ ਦੀ ਗੁਲਾਮੀ ਕਰਨ ਲੱਗੇ। ਪੀਰ ਜੀ ਜੋ ਕਹਿੰਦੇ ਉਹ ਸਭ ਕੁਝ ਤੁਰੰਤ ਕਰ ਦਿੰਦੇ। ਘੰਟਿਆਂ ਦਾ ਕਾਰਜ ਮਿੰਟਾਂ ਵਿੱਚ ਨਿਬੜਿਆ ਦਿੰਦਾ। ਪੀਰ ਜੀ ਹੈਰਾਨ ਹੋਣ ਲੱਗੇ ਕਿ ਅਜਿਹਾ ਆਗਿਆਕਾਰੀ ਦਾਸ ਉਹਨਾਂ ਨੇ ਪਹਿਲਾਂ ਕਦੇ ਨਹੀਂ ਸੀ ਵੇਖਿਆ, ਜੋ ਕਿ ਮਨ ਲੱਗਾ ਕੇ ਕੰਮ ਕਰਦਾ ਹੈ ਅਤੇ ਬਦਲੇ ਵਿੱਚ ਕਿਸੇ ਵਸਤੂ ਦੀ ਇੱਛਾ ਵੀ ਨਹੀਂ ਕਰਦਾ। ਇੱਕ ਦਿਨ ਸਵੇਰ ਦੇ ਸਮੇਂ ਇਕਾਂਤ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਗਾਨ ਕਰਨ ਲੱਗੇ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਣਾ, ਜਿਤ ਲਾਇਆ ਤਿਤ ਲਾਗਾ, ਤੇਰੇ ਲਾਲੇ ਕੀਆ ਚਤਰਾਈ, ਸਾਹਿਬ ਕਾ ਹੁਕਮ ਨ ਕਰਨਾ ਜਾਈ। ਰਾਗ ਮਾਰੂ ਮਹੱਲਾ ਪਹਿਲਾ, ਅੰਗ 991। ਇਸ ਦਾ ਅਰਥ ਇਉਂ ਹੈ, ਹੇ ਪ੍ਰਭੂ ਜੀ, ਮੈਂ ਤੁਹਾਡੀ ਆਗਿਆ ਅਨੁਸਾਰ ਵਿਕ ਗਿਆ ਹਾਂ। ਮੈਂ ਵਡਭਾਗਾ ਹਾਂ, ਕਿਉਂਕਿ ਤੁਹਾਡੇ ਆਦੇਸ਼ ਨੂੰ ਪਾਲਣ ਕਰਨ ਦਾ ਸ਼ੁਭ ਮੌਕਾ ਪ੍ਰਾਪਤ ਹੋਇਆ ਹੈ। ਤੁਸੀਂ ਜਿਸ ਕਾਰਨ ਵਿੱਚ ਮੈਨੂੰ ਲਾਓਗੇ ਮੈਂ ਉਸ ਕਾਰਨ ਦਾ ਯਤਨ ਕਰਾਂਗਾ, ਪਰ ਮੈਂ ਅਲਭਾਗਿਆ ਹਾਂ, ਕਿਉਂਕਿ ਮੇਰੇ ਵਿੱਚ ਸਮਝਦਾਰੀ ਘੱਟ ਹੈ ਅਤੇ ਮੇਰੇ ਤੋਂ ਆਪਣੀ ਸਵਾਮੀ ਦੀ ਆਗਿਆ ਪਾਲਣ ਪੂਰਨ ਕਰਨ ਵਿੱਚ ਕੋਈ ਕਸਰ ਰਹਿ ਜਾਂਦੀ ਹੈ। ਗੁਰੂ ਨਾਨਕ ਪਾਤਸ਼ਾਹ ਦੇ ਗਾਇਨ ਦੀ ਮਧੁਰ ਧੁਨ ਵੱਲੋਂ ਆਕਰਸ਼ਿਤ ਹੋ ਕੇ ਪੀਰ ਜੀ ਨੇ
ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਵਿੱਚ ਆਪਣੇ ਮਨ ਨੂੰ ਜੋੜ ਲਿਆ। ਸ਼ਬਦ ਦੇ ਅੰਤ ਵਿੱਚ ਉਸ ਨੇ ਗੁਰੂ ਨਾਨਕ ਪਾਤਸ਼ਾਹ ਦੇ ਨੂਰੀ ਚਿਹਰੇ 'ਤੇ ਦੀਦਾਰ ਕੀਤੇ ਤਾਂ ਉਹ ਜਾਣ ਗਿਆ ਕਿ ਉਹ ਕੋਈ ਸਧਾਰਨ ਵਿਅਕਤੀ ਨਹੀਂ ਅਤੇ ਉਹ ਸੋਚਣ ਲੱਗਾ, ਗੁਲਾਮ ਦੇ ਰੂਪ ਵਿੱਚ ਕੌਣ ਹੋ ਸਕਦਾ ਹੈ ਜੋ ਕਿ ਵਾਸਤਵ ਵਿੱਚ ਤੇਜਸਵੀ ਹੈ। ਅਤੇ ਉਸ ਨੇ ਗੁਰੂ ਨਾਨਕ ਪਾਤਸ਼ਾਹ ਵੱਲੋਂ ਪ੍ਰਸ਼ਨ ਕੀਤਾ, ਤੁਸੀਂ ਕੌਣ ਹੋ? ਤੁਹਾਡਾ ਮੇਰੇ ਇੱਥੇ ਗੁਲਾਮ ਬਣ ਕੇ ਆਉਣ ਦਾ ਕੀ ਰਹੱਸ ਹੈ? ਜਵਾਬ ਵਿੱਚ ਪਾਤਸ਼ਾਹ ਜੀ ਨੇ ਕਿਹਾ, ਪਛਾਣਨ ਦਾ ਯਤਨ ਕਰੋ, ਤੁਹਾਡੀ ਕੋਸ਼ਿਸ਼ ਵਿਅਰਥ ਨਹੀਂ ਜਾਵੇਗੀ। ਕੁਛ ਸੋਚਦੇ ਹੋਏ ਪੀਰ ਜੀ ਕਹਿਣ ਲੱਗੇ, ਮੈਂ ਨਾਨਕ ਰਾਮ ਦੇ ਇੱਕ ਫਕੀਰ ਦੀ ਬਹੁਤ ਉਪਮਾ ਸੁਣੀ ਹੈ। ਕਹਿੰਦੇ ਹਨ ਉਸ ਦੇ ਕਲਾਮ ਵਿੱਚ ਜਾਦੂ ਵੀ ਤਸੀਰ ਹੈ। ਕਿਤੇ ਤੁਸੀਂ ਉਹੀ ਤਾਂ ਨਹੀਂ ਜਿਸ ਨੂੰ ਲੋਕ ਨਾਨਕ ਨਿਰੰਕਾਰੀ ਕਹਿੰਦੇ ਹਨ? ਜਵਾਬ ਵਿੱਚ ਪਾਤਸ਼ਾਹ ਜੀ ਨੇ ਕਿਹਾ, ਤੁਸੀਂ ਠੀਕ ਪਛਾਣਿਆ ਹੈ। ਪੀਰ ਨੇ ਪ੍ਰਸ਼ਨ ਕੀਤਾ, ਜਦੋਂ ਤੁਸੀਂ ਨਾਨਕ ਨਿਰੰਕਾਰੀ ਫਕੀਰ ਹੋ ਤਾਂ ਤੁਸੀਂ ਪਸ਼ੂਆਂ ਦੀ ਤਰ੍ਹਾਂ ਕਿਉਂ ਵਿਕੇ ਹੋ? ਕੀ ਤੁਹਾਨੂੰ ਪਤਾ ਨਹੀਂ ਸੀ ਕਿ ਇੱਥੇ ਅਜਨਬੀ ਲੋਕਾਂ ਨੂੰ ਦਾਸ ਬਣਾ ਲਿਆ ਜਾਂਦਾ ਹੈ? ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਹਾ, ਪਤਾ ਸੀ, ਇਸ ਲਈ ਦਾਸ ਬਣ ਕੇ ਆਇਆ ਹਾਂ। ਦਾਸਾਂ ਦੀ ਦਾਸਤਾਨ ਜਾਣੀ ਜਾਵੇ, ਫਿਰ ਇਸ ਬੁਰਾਈ ਲਈ ਅੰਦੋਲਨ ਸ਼ੁਰੂ ਕੀਤਾ ਜਾਵੇ। ਪੀਰ ਨੇ ਕਿਹਾ, ਕੀ ਤੁਹਾਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਇਸ ਨੇਕ ਕਾਰਜ ਵਿੱਚ ਸਫਲ ਹੋ ਜਾਵੋਗੇ? ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ, ਮੈਂ ਪੂਰੇ ਵਿਸ਼ਵਾਸ ਦੇ ਨਾਲ, ਜ਼ੋਰ ਦੇ ਨਾਲ ਇਸ ਬੁਰਾਈ ਦੇ ਵਿਰੁੱਧ ਸਮਾਜ ਵਿੱਚ ਜਾਗਰੂਕਤਾ ਲਿਆਉਣ ਲਈ ਅੰਦੋਲਨ ਸ਼ੁਰੂ ਕਰਨ ਦੀ ਗੁਲਾਮ ਬਣਿਆ ਹਾਂ, ਕਿਉਂਕਿ ਮੈਨੂੰ ਪਤਾ ਹੈ ਨੇਕੀ ਕਰਨਾ ਇਨਸਾਨ ਦਾ ਕੰਮ ਹੈ ਅਤੇ ਬੁਰਾਈ ਕਰਨਾ ਸ਼ੈਤਾਨ ਦਾ ਕੰਮ ਹੈ। ਮੈਂ ਸਮਾਜ ਵਿੱਚ ਨੇਕੀ ਦੇ ਅਸੂਲ ਦੀ ਲੜਾਈ ਲੜਾਂਗਾ। ਪੀਰ ਇਹ ਸੁਣ ਕੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਡਿੱਗ ਪਿਆ। ਉਸ ਨੇ ਆਪਣੇ ਸਾਰੇ ਨਾਮਵਰ ਪਠਾਨਾਂ ਨੂੰ, ਜੋ ਕਿ ਉਸ ਦੇ ਮੁਰੀਦ ਸਨ, ਸੱਦ ਭੇਜਿਆ ਅਤੇ ਪਾਤਸ਼ਾਹ ਜੀ ਵੱਲੋਂ ਉਹਨਾਂ ਨੂੰ ਨੇਕ ਚਾਲ ਚੱਲਣ ਕਰਨ ਉਪਦੇਸ਼ ਦਿਵਾਇਆ ਕਿ ਕੋਈ ਇਨਸਾਨ ਦੂਜੇ ਇਨਸਾਨ ਨੂੰ ਜਾਨਵਰਾਂ ਦੀ ਤਰ੍ਹਾਂ ਗੁਲਾਮ ਨਹੀਂ ਰੱਖ ਸਕਦਾ, ਕਿਉਂਕਿ ਇਹ ਗੱਲ ਖੁਦਾ ਪ੍ਰਸਤੀ ਦੇ ਖਿਲਾਫ ਹੈ। ਇਹ ਸੁਣ ਕੇ ਸਾਰਿਆਂ ਗੁਲਾਮਾਂ ਨੂੰ ਆਜ਼ਾਦ ਕਰ ਦਿੱਤਾ ਗਿਆ ਅਤੇ ਆਪੋ ਆਪਣੇ ਉਹਨਾਂ ਦੇ ਘਰ ਭੇਜ ਦਿੱਤਾ ਗਿਆ। ਇਹ ਸਾਖੀ ਤੁਹਾਨੂੰ ਕਿਸ ਤਰ੍ਹਾਂ ਲੱਗੀ? ਕਮੈਂਟ ਅਤੇ ਸ਼ੇਅਰ ਕਰਕੇ ਜ਼ਰੂਰ ਦੱਸਿਓ। ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ।